ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਘਰ ਖਰੀਦਣ ਵਾਲਿਆਂ ਲਈ ਚੰਗੀ ਖਬਰ, ਕੈਨੇਡਾ ਵਿੱਚ ਘਰ ਹੋਏ ਸਸਤੇ। ਪਾਣੀ ਵਿੱਚ ਡੁੱਬਣ ਨਾਲ ਪੰਜਾਬੀ ਦੀ ਗਈ ਜਾਨ, ਕੈਨੇਡਾ ਤੋਂ ਸਾਹਮਣੇ ਆਇਆ ਇਹ ਮਾਮਲਾ। ਬ੍ਰਿਟਿਸ਼ ਕੋਲੰਬੀਆ ਨੇ ਕੱਢਿਆ ਡਰਾ, ਹੁਣ ਤੱਕ 3000 ਨੂੰ ਮਿਲੇ ਸੱਦੇ। ਓਨਟਾਰੀਓ ਚੋਣਾਂ ਵਿੱਚ ਪੰਜਾਬੀਆਂ ਦਾ ਦਬਦਬਾ, ਚੋਣ ਮੈਦਾਨ ਵਿੱਚ ਉਤਰੇ 20 ਉਮੀਦਵਾਰ। ਕੈਨੇਡਾ ਵਿੱਚ ਘਰ ਖਰੀਦਣ ਵਾਲਿਆਂ ਲਈ ਇੱਕ ਚੰਗੀ ਖਬਰ ਹੈ। ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀਆਂ ਕੀਮਤਾਂ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋਈਆਂ ਨੇ। ਪਿਛਲੇ ਮਹੀਨੇ ਵੀ ਕੁਝ ਇਸ ਤਰ੍ਹਾਂ ਹੀ ਨਜ਼ਰ ਆਇਆ ਸੀ, ਪਰ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਘਰਾਂ ਦੀ ਵਿਕਰੀ ਜਾਣੀ ਕਿ ਸੇਲ ਵੀ ਘੱਟ ਹੋ ਰਹੀ ਹੈ। ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜੀ ਹਾਂ, ਤਾਜ਼ਾ ਅੰਕੜੇ ਦੱਸਦੇ ਨੇ ਕਿ ਅਪ੍ਰੈਲ ਮਹੀਨੇ ਵਿੱਚ ਕੈਨੇਡਾ ਅੰਦਰ ਘਰਾਂ ਦੀਆਂ ਕੀਮਤਾਂ 6% ਨਾਲ ਘੱਟ ਦਰਜ ਕੀਤੀਆਂ ਗਈਆਂ। ਲਗਾਤਾਰ ਅਪ੍ਰੈਲ ਦੂਸਰਾ ਮਹੀਨਾ ਹੈ ਜਦੋਂ ਘਰਾਂ ਦੀ ਸੇਲ ਵਿੱਚ ਵੀ ਕਮੀ ਦਰਜ ਕੀਤੀ ਗਈ ਹੋਵੇ। ਦਰਅਸਲ ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਵੱਲੋਂ ਕੁਝ ਨਵੇਂ ਅੰਕੜੇ ਪੇਸ਼ ਕੀਤੇ ਗਏ। ਇਹ ਅੰਕੜੇ ਦੱਸਦੇ ਨੇ ਕਿ ਅਪ੍ਰੈਲ ਮਹੀਨਾ ਘਰਾਂ ਦੀਆਂ ਕੀਮਤਾਂ ਵਾਸਤੇ ਕਿਸ ਤਰ੍ਹਾਂ ਦਾ ਰਿਹਾ। ਜਾਣਕਾਰੀ ਮੁਤਾਬਕ ਘਰਾਂ ਦੀਆਂ ਕੀਮਤਾਂ ਅੰਦਰ 6% ਦਾ ਘਾਟਾ ਦਰਜ ਕੀਤਾ ਗਿਆ। ਮਾਰਗੇਜ ਰੇਟਾਂ ਵਿੱਚ ਜੋ ਵਾਧਾ ਹੋਇਆ, ਉਸ ਕਾਰਨ ਅਪ੍ਰੈਲ ਲਗਾਤਾਰ ਅਜਿਹਾ ਦੂਸਰਾ ਮਹੀਨਾ ਹੈ ਜਦੋਂ ਘਰਾਂ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੋਵੇ। ਅਪ੍ਰੈਲ ਮਹੀਨੇ ਘਰਾਂ ਦੀ ਸੇਲ ਵਿੱਚ ਵੀ 12% ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਸਾਲ ਫਰਵਰੀ ਵਿੱਚ ਕੈਨੇਡਾ ਅੰਦਰ ਘਰ ਦੀ ਔਸਤ ਕੀਮਤ $8,16,000 ਤੋਂ ਵੱਧ ਦੀ ਰਿਕਾਰਡ ਕੀਮਤ ਤੇ ਪਹੁੰਚ ਗਈ ਸੀ, ਪਰ ਮਾਰਚ ਵਿੱਚ ਇਹ ਔਸਤ ਕੀਮਤ ਘਟ ਕੇ $7,96,000 ਤੇ ਆ ਗਈ। ਅਪ੍ਰੈਲ ਮਹੀਨਾ ਘਰਾਂ ਦੀ ਔਸਤ ਕੀਮਤ ਵਾਸਤੇ ਕੁਝ ਇਸ ਤਰ੍ਹਾਂ ਦਾ ਰਿਹਾ ਕਿ ਇੱਥੇ ਇਹ ਕੀਮਤ $7,46,000 ਦਰਜ ਕੀਤੀ ਗਈ। ਇਹ ਸਭ ਤੋਂ ਬਾਅਦ ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦੇ ਚੇਅਰ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਕੁਝ ਸਾਲਾਂ ਵਿੱਚ ਰਿਕਾਰਡ ਤੋੜ ਜੋ ਰਫ਼ਤਾਰ ਨਾਲ ਵਾਧਾ ਦੇਖਣ ਨੂੰ ਮਿਲਿਆ। ਕੈਨੇਡਾ ਦੇ ਕਈ ਹਿੱਸਿਆਂ ਵਿੱਚ ਹਾਊਸਿੰਗ ਮਾਰਕੀਟ ਪਿਛਲੇ 2 ਮਹੀਨਿਆਂ ਦੌਰਾਨ ਬਹੁਤ ਤੇਜ਼ੀ ਨਾਲ ਠੰਡੀ ਹੋਈ ਹੈ, ਜਿਸ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਜ ਦਰਾਂ ਵਿੱਚ ਵਾਧਾ ਹੋਇਆ ਤੇ ਖਰੀਦਦਾਰਾਂ ਵਿੱਚ ਕਮੀ ਆਈ ਹੈ। ਦੱਸਿਆ ਗਿਆ ਕਿ ਅਪ੍ਰੈਲ ਮਹੀਨੇ ਹਾਊਸਿੰਗ ਪ੍ਰਾਈਸ ਇੰਡੈਕਸ 0.6% ਦਰਜ ਕੀਤਾ ਗਿਆ। ਇਹ 2 ਸਾਲਾਂ ਵਿੱਚ ਪਹਿਲੀ ਮਹੀਨਾਵਾਰ ਕਮੀ ਰਿਕਾਰਡ ਕੀਤੀ ਗਈ। ਧਿਆਨ ਦੇਣ ਯੋਗ ਗੱਲ ਹੈ ਕਿ ਨਵੇਂ ਖਰੀਦਦਾਰਾਂ ਵਾਸਤੇ ਘਰਾਂ ਦੀ ਘੱਟ ਕੀਮਤ ਚੰਗੀ ਖਬਰ ਹੋ ਸਕਦੀ ਹੈ, ਪਰ ਕੁਝ ਵੇਚਣ ਵਾਲਿਆਂ ਲਈ ਇਸ ਸਮੱਸਿਆ ਦਾ ਕਾਰਨ ਬਣ ਸਕਦੀ ਹੈ, ਖਾਸ ਤੌਰ ਤੇ ਜਿਨ੍ਹਾਂ ਨੇ ਪਹਿਲਾਂ ਹੀ ਕਿਤੇ ਹੋਰ ਘਰ ਖਰੀਦ ਲਿਆ ਹੋਵੇ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਾਣੀ ਵਿੱਚ ਡੁੱਬਣ ਕਾਰਨ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਦੱਸ ਦਈਏ ਕਿ ਇਹ ਘਟਨਾ ਬ੍ਰੈਂਪਟਨ ਨਾਲ ਸੰਬੰਧਿਤ ਦੱਸੀ ਗਈ। ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਪਾਣੀ ਵਿੱਚ ਡੁੱਬਣ ਕਾਰਨ ਪੰਜਾਬੀ ਮੂਲ ਦੇ ਵਿਦਿਆਰਥੀ ਦੀ ਕੈਨੇਡਾ ਵਿੱਚ ਮੌਤ ਹੋ ਗਈ। ਇਹ ਘਟਨਾ ਬ੍ਰੈਂਪਟਨ ਨਾਲ ਸੰਬੰਧਿਤ ਦੱਸੀ ਗਈ, ਜਿੱਥੇ ਕ੍ਰੈਡਿਟ ਵੈਲੀ ਨਦੀ ਵਿੱਚ ਡੁੱਬਣ ਕਾਰਨ ਪੰਜਾਬੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਹੋ ਗਈ। ਇਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਇਸ ਦਾ ਨਾਮ ਨਵਕਿਰਨ ਸਿੰਘ ਦੇ ਤੌਰ ਤੇ ਉੱਪਰ ਦੱਸਿਆ ਗਿਆ, ਜਿਸ ਦੀ ਉਮਰ 20 ਸਾਲ ਦੇ ਕਰੀਬ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਲਾਸ਼ ਸਟੀਲਜ਼ ਕ੍ਰੈਡਿਟ ਵਿਊ ਨੇੜੇ ਇੱਕ ਪਾਰਕ ਵਿੱਚ ਬਰਾਮਦ ਹੋਈ ਹੈ। ਪੀਲ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਹੈ। ਇੱਕ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿੱਥੇ ਵਿਦਿਆਰਥੀਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋਈ। ਤਾਜ਼ਾ ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ, ਜਿੱਥੇ ਪਾਣੀ ਵਿੱਚ ਡੁੱਬਣ ਕਾਰਨ ਪੰਜਾਬੀ ਵਿਦਿਆਰਥੀ ਦੀ ਮੌਤ ਹੋਈ, ਜਿਸ ਦਾ ਨਾਮ ਨਵਕਿਰਨ ਸਿੰਘ ਦੱਸਿਆ ਗਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਨਵੇਂ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਸੂਬੇ ਵੱਲੋਂ ਹੁਣ ਤੱਕ ਜਿਹੜੇ ਡਰਾ ਕੱਢੇ ਗਏ, ਉਸ ਵਿੱਚ ਕੁੱਲ 3000 ਦੀ ਕਿਸਮਤ ਜਾਗ ਚੁੱਕੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ PNP ਡਰਾ ਕੱਢਿਆ ਗਿਆ, ਜਿਸ ਵਿੱਚ 160 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਇਸ ਡਰਾ ਦਾ ਐਲਾਨ ਸੂਬੇ ਵੱਲੋਂ 10 ਮਈ ਨੂੰ ਕੀਤਾ ਗਿਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ 126 ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਇਨਵੀਟੇਸ਼ਨ ਹਾਸਿਲ ਹੋਏ। ਇਸ ਵਾਸਤੇ ਉਹਨਾਂ ਨੂੰ ਜ਼ਰੂਰਤ ਸੀ ਕਿ ਉਹਨਾਂ ਕੋਲ 85 ਅੰਕ ਹੋਣ। ਇਸ ਤੋਂ ਇਲਾਵਾ ਸੂਬੇ ਵੱਲੋਂ 2 ਡਰਾ ਕੱਢੇ ਗਏ, ਜਿੱਥੇ ਹੈਲਥ ਆਕੂਪੇਸ਼ਨ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ।
ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਹੈਲਥ ਪ੍ਰੋਫੈਸ਼ਨ ਨਾਲ ਜੁੜੇ ਹੋਏ 20 ਇਨਵੀਟੇਸ਼ਨ ਦਿੱਤੇ ਗਏ। ਇਹ ਉਹ ਸਨ ਜਿਹੜੇ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਬ ਕੈਟਾਗਰੀਜ਼ ਵਾਸਤੇ ਐਲੀਜੀਬਲ ਪਾਏ ਗਏ। ਇਸ ਤਹਿਤ ਡਰਾ ਹਾਸਲ ਕਰਨ ਲਈ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ ਘੱਟੋ-ਘੱਟ 62 ਸਕੋਰਸ ਹੋਣ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਹੁਣ ਤੱਕ ਕਈ ਡਰਾ ਕੱਢੇ ਜਾ ਚੁੱਕੇ ਨੇ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਹੁਣ ਤੱਕ ਕੱਢੇ ਗਏ ਡਰਾ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 3200 ਇਨਵੀਟੇਸ਼ਨ ਉਮੀਦਵਾਰਾਂ ਨੂੰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਵਿਭਾਗ ਵੱਲੋਂ ਟਾਰਗੇਟ ਰੱਖਿਆ ਗਿਆ ਹੈ ਕਿ ਇਸ ਸਾਲ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। ਵੱਖ-ਵੱਖ ਸੂਬੇ ਲਗਾਤਾਰ PNP ਡਰਾ ਕਰਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਉਮੀਦਵਾਰ ਨੂੰ PR ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਤੇ ਬਾਕੀ तमाम ਸੂਬਿਆਂ ਵੱਲੋਂ ਇਸ ਤਰ੍ਹਾਂ ਲਗਾਤਾਰ ਡਰਾ ਐਲਾਨ ਕੀਤੇ ਜਾਂਦੇ ਨੇ। ਇੱਥੇ ਇਹ ਵੀ ਦੱਸ ਦਈਏ ਕਿ ਵਿਭਾਗ ਵੱਲੋਂ ਪਿਛਲੇ ਦਿਨੀ ਇੱਕ ਜਾਣਕਾਰੀ ਦਿੱਤੀ ਗਈ ਸੀ, ਜਿਸ ਵਿੱਚ ਉਹਨਾਂ ਦੱਸਿਆ ਕਿ ਜੋ ਬੈਕਲੌਗ ਸੀ ਉਹ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਚੁੱਕਿਆ ਹੈ। ਇਸ ਦਾ ਕੀ ਕਾਰਨ ਹੈ ਉਹ ਵੀ ਉਹਨਾਂ ਵੱਲੋਂ ਸਪਸ਼ਟ ਕਰ ਦਿੱਤਾ ਗਿਆ। ਹੁਣ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਇਸ ਬੈਕਲੌਗ ਨੂੰ ਖਤਮ ਕਰਨ ਸੰਬੰਧੀ ਲਗਾਤਾਰ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜੁਲਾਈ ਮਹੀਨੇ ਤੋਂ ਹੀ ਵੱਡੇ ਡਰਾ ਮੁੜ ਤੋਂ ਐਲਾਨ ਕਰਨ ਦੀ ਵੀ ਸ਼ੁਰੂਆਤ ਕਰ ਦਿੱਤੀ ਜਾਵੇਗੀ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ontario ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਪੰਜਾਬੀਆਂ ਦਾ ਦਬਦਬਾ ਨਜ਼ਰ ਆ ਰਿਹਾ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਕਈ ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਹੁਣ ਤੱਕ ਦੀ ਜਿਹੜੀ ਲਿਸਟ ਸਾਹਮਣੇ ਆਈ ਹੈ ਉਸ ਵਿੱਚ ਪਤਾ ਚੱਲਿਆ ਕਿ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ 20 ਦੇ ਕਰੀਬ ਪੰਜਾਬੀ ਮੂਲ ਦੇ ਉਮੀਦਵਾਰ ਇਸ ਸਮੇਂ ਮੈਦਾਨ ਵਿੱਚ ਨੇ। ontario ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਕਈ ਪੰਜਾਬੀ ਮੂਲ ਦੇ ਉਮੀਦਵਾਰ ਵੀ ਆਪਣੀ ਕਿਸਮਤ ਆਜ਼ਮਾ ਰਹੇ ਹਨ। ਇਨ੍ਹਾਂ ਚੋਣਾਂ ਵਾਸਤੇ 20 ਪੰਜਾਬੀ ਉਮੀਦਵਾਰਾਂ ਦੇ ਨਾਮ ਸਾਹਮਣੇ ਆਏ ਜਿਹੜੇ ਮੈਦਾਨ ਵਿੱਚ ਉਤਰੇ ਹਨ। ਦੱਸੀਏ ਕਿ ontario ਵਿੱਚ 2 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਨੇ। ਇਹ ਚੋਣਾਂ 124 ਹਲਕਿਆਂ ਵਿੱਚ ਹੋਣਗੀਆਂ। ਇੱਥੇ 3 ਵੱਡੀਆਂ ਸਿਆਸੀ ਪਾਰਟੀਆਂ ਲਿਬਰਲ, NDP, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਇੱਕ ਦੂਸਰੇ ਦੇ ਸਾਹਮਣੇ ਨਜ਼ਰ ਆਉਣਗੇ। ਇਨ੍ਹਾਂ ਵੱਖ-ਵੱਖ ਪਾਰਟੀਆਂ ਤੋਂ ਕਈ ਪੰਜਾਬੀ ਮੂਲ ਦੇ ਉਮੀਦਵਾਰ ਵੀ ਮੈਦਾਨ ਵਿੱਚ ਨਿਤਰੇ ਹਨ। ਜੋ ਲਿਸਟ ਸਾਹਮਣੇ ਆਈ ਉਸ ਵਿੱਚ ਲਿਬਰਲ ਪਾਰਟੀ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 6 ਪੰਜਾਬੀ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ। NDP ਪਾਰਟੀ ਨੇ 5, ਗ੍ਰੀਨ ਪਾਰਟੀ ਨੇ 2 ਅਤੇ ਆਜ਼ਾਦ ਉਮੀਦਵਾਰ ਵਜੋਂ 1 ਚੋਣ ਲੜ ਰਹੇ ਨੇ। ਦੱਸ ਦਈਏ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਬ੍ਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਬ੍ਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬ੍ਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ, ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਨੂੰ ਉਮੀਦਵਾਰ ਬਣਾਇਆ। ਲਿਬਰਲ ਨੇ ਬ੍ਰੈਂਪਟਨ ਈਸਟ ਤੋਂ ਜਨਤ ਗਰੇਵਾਲ, ਬ੍ਰੈਂਪਟਨ ਨਾਰਥ ਤੋਂ ਹਰਿੰਦਰ ਮੱਲੀ, ਬ੍ਰੈਂਪਟਨ ਵੈਸਟ ਤੋਂ ਰਿਮੀ ਚੱਜ, ਮਿਸੀਸਾਗਾ ਮਾਲਟਨ ਤੋਂ ਅਮਨ ਗਿੱਲ, ਬ੍ਰੈਂਡਫੋਰਡ ਬ੍ਰਾਂਡ ਤੋਂ ਰੂਬੀ ਤੂਰ ਅਤੇ ਐਕਸਿਸ ਤੋਂ ਮਨਪ੍ਰੀਤ ਬਰਾੜ ਨੂੰ ਮੈਦਾਨ ਵਿੱਚ ਉਤਾਰਿਆ ਹੈ। NDP ਪਾਰਟੀ ਵੱਲੋਂ ਬ੍ਰੈਂਪਟਨ ਸੈਂਟਰ ਤੋਂ ਸਾਰਾ ਸਿੰਘ, ਬ੍ਰੈਂਪਟਨ ਈਸਟ ਤੋਂ ਗੁਰਰਤਨ ਸਿੰਘ, ਬ੍ਰੈਂਪਟਨ ਨਾਰਥ ਤੋਂ ਸੰਦੀਪ ਸਿੰਘ, ਬ੍ਰੈਂਪਟਨ ਵੈਸਟ ਤੋਂ ਨਵਜੋਤ ਕੌਰ ਅਤੇ ਥੌਰਨਹਿਲ ਤੋਂ ਜੈਸਮੀਨ ਕੰਬੋਜ ਨੂੰ ਚੋਣ ਲੜਨ ਵਾਸਤੇ ਮੈਦਾਨ ਵਿੱਚ ਉਤਾਰਿਆ ਹੈ। ਗ੍ਰੀਨ ਪਾਰਟੀ ਵੱਲੋਂ ਬ੍ਰੈਂਪਟਨ ਨਾਰਥ ਤੋਂ ਅਨੀਪ ਢੱਡੇ ਅਤੇ ਦੌਰਮ ਤੋਂ ਮਿਨੀ ਬੱਤਰਾ ਨੂੰ ਮੌਕਾ ਦਿੱਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਵਿੱਚੋਂ ਕਿਹੜੇ ਉਮੀਦਵਾਰ ਦੀ ਜਿੱਤ ਹੁੰਦੀ ਹੈ। ਵੋਟਾਂ 2 ਜੂਨ ਨੂੰ ਪੈਣਗੀਆਂ, ਜਿਸ ਤੋਂ ਬਾਅਦ ਨਤੀਜੇ ਹੀ ਦੱਸਣਗੇ ਕਿ ਕੌਣ ਕਿਹੜੇ ਹਲਕੇ ਤੋਂ ਜੇਤੂ ਨਿਕਲਦਾ ਹੈ। ਪਰ ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਜਿਹੜੇ ਅਲੱਗ-ਅਲੱਗ ਸਰਵੇ ਸਾਹਮਣੇ ਆਏ ਨੇ ਉਸ ਮੁਤਾਬਕ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਦਬਦਬਾ ontario ਵਿੱਚ ਨਜ਼ਰ ਆ ਰਿਹਾ ਹੈ। ਕਈ ਸਰਵੇ ਕਹਿੰਦੇ ਨੇ ਕਿ ਮੁੜ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਹੀ ਸਰਕਾਰ ਇੱਥੇ ਬਣੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਿਸਾਖ ਦੀ ਮੁਬਾਰਕਬਾਦ ਆਖੀ ਗਈ ਹੈ। ਦਰਅਸਲ ਬੁੱਧਿਸਟ ਲੋਕਾਂ ਵੱਲੋਂ ਜਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਉਸ ਬਾਰੇ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆਏ ਤੇ ਉਹਨਾਂ ਨੇ ਇੱਕ ਸੰਦੇਸ਼ ਵੀ ਇਸ ਮੌਕੇ ਤੇ ਜਾਰੀ ਕੀਤਾ ਹੈ। ਵਿਸਾਖ ਦੇ ਮੌਕੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਕੈਨੇਡਾ ਅਤੇ ਬਾਕੀ ਵਿਸ਼ਵ ਦੇ ਕੋਨੇ-ਕੋਨੇ ਵਿੱਚ ਇਸ ਸਮੇਂ ਜਿਹੜੇ ਬੁੱਧਿਸਟ ਬਸੇ ਹੋਏ ਨੇ ਉਹਨਾਂ ਵੱਲੋਂ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਨ ਦੀ ਮਹੱਤਤਾ ਬਾਰੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਨੇ तमाम ਬੁੱਧਿਸਟ ਲੋਕਾਂ ਨੂੰ ਵਿਸਾਖ ਦੀ ਮੁਬਾਰਕਬਾਦ ਦਿੱਤੀ ਹੈ। ਕੀ ਕਹਿਣਾ ਹੈ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Today, Buddhists in Canada and around the world will celebrate Vesak, the most important Buddhist festival. It's a time to commemorate the birth, enlightenment, and passing of Gautama Buddha, the founder of Buddhism. It's also a moment for coming together to visit local temples for prayer and to offer gifts to show respect and gratitude for the Buddha's life and wisdom. Buddhists have long served our country, inspired by the Buddha's universal messages
messages of peace, kindness, and showing compassion towards others. And I'd like to thank you for everything you do to make Canada a better place. ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਹੈ। ਔਰਤ ਇਸ ਦੌਰਾਨ ਜ਼ਖਮੀ ਹੋਈ ਹੈ। ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ, ਪਰ ਉਹਨਾਂ ਵੱਲੋਂ ਅਜੇ ਪੀੜਤ ਔਰਤ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਇਟੋਬੀਕੋ ਤੋਂ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਹੈ, ਜਿਸ ਵਿੱਚ ਔਰਤ ਜ਼ਖਮੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਇਹ ਘਟਨਾ 10 ਵਜੇ ਦੇ ਕਰੀਬ ਦ ਵੈਸਟ ਮਾਲ ਦੇ ਨੇੜਿਓਂ ਸਾਹਮਣੇ ਆਈ ਹੈ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਜਿਸ ਸਮੇਂ ਘਰ ਨੂੰ ਅੱਗ ਲੱਗੀ, ਉੱਥੇ ਕਈ ਜਾਣੇ ਅੰਦਰ ਹੀ ਮੌਜੂਦ ਸਨ। ਟੋਰਾਂਟੋ ਫਾਇਰ ਵੱਲੋਂ ਵੀ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਜਦੋਂ ਇੱਥੇ ਅੱਗ ਲੱਗੀ ਹੋਈ ਸੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਫਿਲਹਾਲ ਉਸ ਦੀ ਕੰਡੀਸ਼ਨ ਦੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹੁਣ ਤੱਕ ਪੁਲਿਸ ਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਸ ਘਰ ਵਿੱਚ ਅੱਗ ਕਿਵੇਂ ਲੱਗੀ। ਇਸ ਦੇ ਕਾਰਨ ਪਤਾ ਲਗਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਿਹੜੀ ਔਰਤ ਘਰ ਵਿੱਚ ਅੱਗ ਲੱਗਣ ਕਾਰਨ ਜ਼ਖਮੀ ਹੋਈ ਹੈ, ਉਸ ਦੀ ਪਹਿਚਾਣ ਪੁਲਿਸ ਨੇ ਜਨਤਕ ਨਹੀਂ ਕੀਤੀ ਤੇ ਨਾ ਹੀ ਉਸ ਦੀ ਉਮਰ ਬਾਰੇ ਫਿਲਹਾਲ ਪੁਲਿਸ ਵੱਲੋਂ ਕੁਝ ਦੱਸਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਅਪਡੇਟ ਪੁਲਿਸ ਵੱਲੋਂ ਸਾਂਝੀ ਕੀਤੀ ਜਾਵੇਗੀ। ਹਾਦਸੇ ਵਿੱਚ ਔਰਤ ਜ਼ਖਮੀ ਹੋਈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ, ਪਰ ਫਿਲਹਾਲ ਔਰਤ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਬਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ, ਜਿੱਥੇ ਹਾਦਸੇ ਵਿੱਚ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ। ਲੋਕਲ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਇਸ ਬਾਰੇ ਡੀਟੇਲ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸਾ 2 ਵਾਹਨਾਂ ਵਿਚਕਾਰ ਵਾਪਰਿਆ। ਪੁਲਿਸ ਦੇ ਦੱਸਣ ਮੁਤਾਬਕ ਇਹ ਮਾਮਲਾ 11:19 ਦੇ ਕਰੀਬ ਸਾਹਮਣੇ ਆਇਆ। ਜਦੋਂ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਸੈਡਾਨ ਅਤੇ ਇੱਕ ਜੀਪ ਦੀ ਆਪਸ ਵਿੱਚ ਟੱਕਰ ਹੋਈ। ਇਸ ਦੌਰਾਨ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਪਾਈ ਗਈ, ਜਿਸ ਨੂੰ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ। ਦੱਸਿਆ ਗਿਆ ਕਿ ਜਿਸ ਵੇਲੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ, ਰਸਤੇ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਗਿਆ। ਫਿਲਹਾਲ ਇਨਵੈਸਟੀਗੇਟਰਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਇੱਥੇ ਕਿਵੇਂ ਵਾਪਰਿਆ, ਕਿਉਂਕਿ ਅਜੇ ਤੱਕ ਇਸ ਦਾ ਕਾਰਨ ਉਹਨਾਂ ਨੂੰ ਸਪਸ਼ਟ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਜਿਹੜੀ ਔਰਤ ਜ਼ਖਮੀ ਹੋਈ ਹੈ, ਜਿਸ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ, ਉਸ ਦੀ ਪਹਿਚਾਣ ਫਿਲਹਾਲ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਉਸ ਦੀ ਉਮਰ ਬਾਰੇ ਕੁਝ ਦੱਸਿਆ ਗਿਆ। ਫਿਲਹਾਲ ਪੁਲਿਸ ਵੱਲੋਂ ਹੁਣ ਤੱਕ ਇਹੀ ਡਿਟੇਲ ਦਿੱਤੀ ਗਈ ਹੈ। ਮਾਮਲੇ ਦੀ ਵਧੇਰੇ ਜਾਂਚ ਉਹਨਾਂ ਵੱਲੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹ ਸਭ ਨਾਲ ਸਾਂਝੀ ਕਰਨਗੇ। 2 ਔਰਤਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਹੈ। ਪੁਲਿਸ ਵੱਲੋਂ ਇਸ ਸੰਬੰਧੀ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਉੱਪਰ ਚਾਰजेस ਲਗਾਏ ਗਏ ਨੇ। ਦੋਹਾਂ ਔਰਤਾਂ ਨਾਲ ਕੀ ਤੇ ਕਿਸ ਤਰ੍ਹਾਂ ਇਹ ਮਾਮਲਾ ਵਾਪਰਿਆ, ਇਹ ਵੀ ਪੁਲਿਸ ਵੱਲੋਂ ਦੱਸਿਆ ਗਿਆ। ਡਾਊਨਟਾਊਨ ਵੈਨਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ, ਜਿੱਥੇ 2 ਔਰਤਾਂ ਨਾਲ ਛੇੜਛਾੜ ਕਰਨ ਦੇ ਸੰਬੰਧ ਵਿੱਚ ਇੱਕ ਵਿਅਕਤੀ ਉੱਪਰ ਚਾਰजेस ਲਗਾਏ ਗਏ ਨੇ। ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇੱਕ 29 ਸਾਲਾ ਔਰਤ ਨੂੰ ਕਿਸੇ ਸਟ੍ਰੇਂਜਰ ਵੱਲੋਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਵੈਸਟ ਜਾਰਜੀਆ ਸਟਰੀਟ ਦੇ ਨੇੜੇ ਵੈਨਕੂਵਰ ਆਰਟ ਗੈਲਰੀ ਕੋਲ ਵਾਪਰੀ। ਇਸ ਦੇ ਕੁਝ ਮਿੰਟ ਬਾਅਦ ਹੀ 3 ਬਲਾਕਸ ਦੀ ਦੂਰੀ ਤੇ ਇੱਕ ਅਜਿਹਾ ਹੋਰ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ 24 ਸਾਲਾ ਔਰਤ ਜਾ ਰਹੀ ਸੀ ਤਾਂ ਉਸ ਉੱਪਰ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਇਹ ਸੈਕਸ਼ੂਅਲੀ ਅਸੌਲਟ ਦਾ ਮਾਮਲਾ ਦੱਸਿਆ ਗਿਆ। ਜਿਹੜੀਆਂ 2 ਔਰਤਾਂ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ, ਉਹ ਕਾਫੀ ਸਹਿਮੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਹਨਾਂ ਵੱਲੋਂ ਪੁਲਿਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ, ਉਸ ਦਾ ਨਾਮ ਡੈਲਰੋਮ ਹੈ, ਜਿਸ ਦੀ ਉਮਰ 23 ਸਾਲ ਦੇ ਕਰੀਬ ਦੱਸੀ ਗਈ। ਇਸ ਉੱਪਰ 2 ਕਾਊਂਟਸ ਆਫ ਸੈਕਸ਼ੂਅਲ ਅਸੌਲਟ ਲਗਾਏ ਗਏ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਕਈ ਪਾਰਕਾਂ ਵਿੱਚ ਹੁਣ ਪੀਣ ਦੀ ਇਜਾਜ਼ਤ ਹੋਏਗੀ। ਵੈਨਕੂਵਰ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਕਈ ਪਾਰਕਸ ਵਿੱਚ ਲਿਕਰ ਕੰਜ਼ੰਪਸ਼ਨ ਦੀ ਇਜਾਜ਼ਤ ਮੁੜ ਤੋਂ ਦਿੱਤੀ ਜਾ ਰਹੀ ਹੈ। ਇਸ ਵਾਸਤੇ ਸਮਾਂ ਵੀ ਤੈਅ ਕੀਤਾ ਗਿਆ ਹੈ। ਵੈਨਕੂਵਰ ਦੀਆਂ ਕੁਝ ਪਾਰਕਸ ਵਿੱਚ ਹੁਣ ਪੀਣ ਦੀ ਇਜਾਜ਼ਤ ਹੋਵੇਗੀ, ਜਿੱਥੇ ਪਬਲਿਕ ਡਰਿੰਕਿੰਗ ਨੂੰ ਗਰਮੀਆਂ ਵਾਸਤੇ ਲੀਗਲ ਕੀਤਾ ਜਾ ਰਿਹਾ ਹੈ। ਅਜਿਹਾ ਕਦਮ ਵੈਨਕੂਵਰ ਦੇ ਕੁਝ ਪਾਰਕਸ ਅਤੇ ਪਲਾਜ਼ਾ ਵਿੱਚ ਚੁੱਕਿਆ ਜਾ ਰਿਹਾ ਹੈ। ਇਸ ਬਾਰੇ ਵੈਨਕੂਵਰ ਪਾਰਕ ਬੋਰਡ ਅਤੇ ਸਿਟੀ ਆਫ ਵੈਨਕੂਵਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਗਰਮੀਆਂ ਦੇ ਮਹੀਨੇ ਦੌਰਾਨ ਕੁਝ ਚੁਣਿੰਦੀਆਂ ਪਾਰਕਸ ਵਿੱਚ ਪੀਣ ਦੀ ਇਜਾਜ਼ਤ ਹੋਵੇਗੀ। ਅੱਜ ਤੋਂ ਹੀ 22 ਪਾਰਕਸ ਨੂੰ ਇਸ ਵਾਸਤੇ ਖੋਲ੍ਹਿਆ ਜਾ ਰਿਹਾ ਹੈ, ਜਿੱਥੇ ਲੋਕ ਆ ਕੇ ਪੀ ਸਕਣਗੇ। ਇਸ ਵਾਸਤੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ। ਇੱਥੇ ਡਰਿੰਕਿੰਗ 3 ਜੂਨ ਤੋਂ 16 ਅਕਤੂਬਰ ਤੱਕ ਹੀ ਪੀਣ ਦੀ ਇਜਾਜ਼ਤ ਹੋਵੇਗੀ। ਇਹ ਸਭ ਕੁਝ ਇੱਕ ਪਾਇਲਟ ਪ੍ਰੋਗਰਾਮ ਦੇ ਅਧੀਨ ਹੋਵੇਗਾ, ਜਿਸ ਬਾਰੇ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਪਿਛਲੇ ਮਹੀਨੇ ਇਸ ਸੰਬੰਧੀ ਵੋਟਿੰਗ ਵੀ ਕਰਵਾਈ ਗਈ, ਜਿੱਥੇ ਕੌਂਸਲ ਵੱਲੋਂ ਇਸ ਪ੍ਰੋਗਰਾਮ ਨੂੰ ਅੱਗੇ ਚਾਲੂ ਰੱਖਣ ਵਾਸਤੇ ਵੋਟਿੰਗ ਕੀਤੀ ਗਈ ਸੀ।
ਕਿਹਾ ਗਿਆ ਸੀ ਕਿ ਕੁਝ ਚੁਣਿੰਦਾ ਪਬਲਿਕ ਪਲਾਜ਼ਾਸ ਵਿੱਚ ਪੀਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। 2021 ਤੋਂ 2022 ਤੱਕ ਪੌਪ-ਅਪ ਡਰਿੰਕਿੰਗ ਪਲਾਜ਼ਾ ਵਿੱਚ ਸਾਊਥ ਗ੍ਰੈਨਵਿਲ, ਡਾਊਨਟਾਊਨ ਵੈਨਕੂਵਰ, ਕੈਂਬੀ ਵਿਲੇਜ ਨੂੰ ਸ਼ਾਮਲ ਕੀਤਾ ਗਿਆ ਤੇ ਹੁਣ ਤਾਜ਼ਾ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਕਈ ਥਾਵਾਂ ਉੱਪਰ ਲਿਕਵਰ ਕੰਜ਼ੰਪਸ਼ਨ ਦੀ ਇਜਾਜ਼ਤ ਹੋਵੇਗੀ, ਪਰ ਇਹ ਕੁਝ ਸਮੇਂ ਵਾਸਤੇ ਹੀ ਹੋਵੇਗਾ। 8 ਸਾਲਾ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਉਹਨਾਂ ਵੱਲੋਂ ਇਸ ਘਟਨਾ ਨੂੰ ਫਿਲਹਾਲ ਸਸਪੀਸ਼ੀਅਸ ਦੱਸਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਆਈਸੋਲੇਟਡ ਹੈ। ਜਿਸ ਵੱਲੋਂ ਹਮਲਾ ਕੀਤਾ ਗਿਆ ਉਹ ਇਸ ਬੱਚੇ ਨੂੰ ਜਾਣਦਾ ਸੀ। ਕੈਂਬਰਿਜ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 8 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮੌਤ ਦੇ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਸਸਪੀਸ਼ੀਅਸ ਦੱਸਿਆ ਗਿਆ। ਇਸ ਮਾਮਲੇ ਬਾਰੇ ਵਾਟਰਲੂ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਸ਼ਨੀਵਾਰ ਨੂੰ 10 ਵਜੇ ਦੇ ਕਰੀਬ ਆਫੀਸਰਸ ਨੂੰ ਘਟਨਾ ਵਾਲੀ ਥਾਂ ਤੇ ਬੁਲਾਇਆ ਗਿਆ। ਜਦੋਂ ਆਫੀਸਰਸ ਉੱਥੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਇੱਥੇ ਇੱਕ 8 ਸਾਲਾ ਬੱਚੇ ਦੀ ਲਾਸ਼ ਪਈ ਸੀ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਇੱਕ 40 ਸਾਲਾ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ ਦੀ ਡਿਸਕ੍ਰਿਪਸ਼ਨ ਵੀ ਉਹਨਾਂ ਵੱਲੋਂ ਦੱਸੀ ਗਈ। ਇਹ ਵਿਅਕਤੀ 5 ਫੁੱਟ 11 ਇੰਚ ਲੰਬਾ, ਨੀਲੀਆਂ ਅੱਖਾਂ, ਥਿਨ ਬਿਲਡ, ਛੋਟੇ ਬਾਲ, ਕੁਝ ਇਸ ਤਰ੍ਹਾਂ ਦਾ ਦੱਸਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਆਖਰੀ ਵਾਰ ਇਸ ਵਿਅਕਤੀ ਨੂੰ ਦੇਖਿਆ ਗਿਆ ਤਾਂ ਇਸਨੇ ਭੂਰੇ ਰੰਗ ਦੀ ਖਾਕੀ ਪੈਂਟ ਪਾਈ ਹੋਈ ਸੀ ਤੇ ਨੀਲੀ ਬਕਟ ਹੈਟ ਵੀ ਪਹਿਨੀ ਹੋਈ ਸੀ। ਇਨਵੈਸਟੀਗੇਟਰਸ ਦਾ ਮੰਨਣਾ ਹੈ ਕਿ ਜਿਸ ਬੱਚੇ ਦੀ ਮੌਤ ਹੋਈ ਅਤੇ ਜਿਸ ਦੀ ਉਹਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ, ਇਹ ਦੋਨੋਂ ਇੱਕ ਦੂਸਰੇ ਨੂੰ ਜਾਣਦੇ ਸਨ। ਇਸ ਨੂੰ ਹੁਣ ਇੱਕ ਆਈਸੋਲੇਟਡ ਮਾਮਲਾ ਦੱਸਿਆ ਗਿਆ ਹੈ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ। ਬੱਚੇ ਦਾ ਨਾਮ ਉਹਨਾਂ ਵੱਲੋਂ ਜਨਤਕ ਨਹੀਂ ਕੀਤਾ ਗਿਆ, ਸਿਰਫ ਉਸ ਦੀ ਉਮਰ ਬਾਰੇ ਹੀ ਡਿਟੇਲ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਵਧੇਰੇ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਵੇਗੀ। ਹਾਈਵੇ ਤੇ ਟਰੱਕ ਪਲਟਣ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਬਾਰੇ ਪੁਲਿਸ ਨੇ ਡਿਟੇਲ ਦਿੱਤੀ ਹੈ। ਫਿਲਹਾਲ ਇਸ ਬਾਰੇ ਬਹੁਤੀ ਜਾਣਕਾਰੀ ਤਾਂ ਉਹਨਾਂ ਨੇ ਨਹੀਂ ਸਾਂਝੀ ਕੀਤੀ। ਇਹ ਜ਼ਰੂਰ ਦੱਸਿਆ ਗਿਆ ਕਿ ਹਾਈਵੇ ਤੇ ਟਰੱਕ ਪਲਟ ਗਿਆ। ਹਾਈਵੇ 400 ਤੇ ਉੱਪਰ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦੀ ਹੋਈ ਦਿਖਾਈ ਦਿੱਤੀ। ਪੁਲਿਸ ਨੇ ਕਿਹਾ ਕਿ ਜਿਸ ਥਾਂ ਤੇ ਹਾਦਸਾ ਵਾਪਰਿਆ ਉਸ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਜੀ ਹਾਂ, ਕਿੰਗ ਸਿਟੀ ਦੇ ਨੇੜਿਓਂ ਹਾਈਵੇ 400 ਤੇ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ। ਇਸ ਦੀ ਵੀਡੀਓ ਟਵਿੱਟਰ ਉੱਪਰ ਪੋਸਟ ਕੀਤੀ ਗਈ ਹੈ, ਜਿਸ ਬਾਰੇ ਓਨਟਾਰੀਓ ਪੁਲਿਸ ਵੱਲੋਂ ਡਿਟੇਲ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਇੱਥੇ ਹਾਈਵੇ ਤੇ ਟਰੱਕ ਪਲਟ ਗਿਆ। ਦੱਸਿਆ ਗਿਆ ਕਿ ਜਿਸ ਵੇਲੇ ਹਾਦਸਾ ਵਾਪਰਿਆ ਉਸ ਦੌਰਾਨ ਸੜਕ ਉੱਤੇ ਬਰਸਾਤ ਹੋ ਰਹੀ ਸੀ ਤੇ ਰੋਡ ਕਾਫੀ ਗਿੱਲੇ ਸਨ। ਟਰੱਕ ਚਲਾਉਣ ਵਾਲੇ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋ ਗਿਆ ਤੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਫਿਲਹਾਲ ਪੁਲਿਸ ਇਸ ਬਾਰੇ ਡਿਟੇਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟਰੱਕ ਵਿੱਚੋਂ ਡੀਜ਼ਲ ਵੀ ਲੀਕ ਕਰ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਹੁਣ ਤੱਕ ਉਹਨਾਂ ਵੱਲੋਂ ਕੀ ਅਪਡੇਟ ਦਿੱਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। All right, so this is Highway 400 northbound right now, just north of Aurora Road, between Aurora and King Road. Well, you can see behind me, we've got a rollover truck. But southbound lanes are moving very slow. Northbound lanes are all forced off right now. No traffic's getting by. You're all being directed off at Aurora Road. We are looking for a burgundy passenger vehicle that apparently cut this vehicle, the driver, off as they were traveling northbound. Roads were wet. It was raining at the time. The driver of the truck here lost control, went into the concrete walls here. We're in this construction zone. Ended up on its side. It is leaking diesel fuel from its saddle tank right now. Construction truck here. That's the reason for the delays here right now. We got some absorbent material on the ground, waiting for some other equipment to get here to assist with the recovery cleanup of this truck. I expect it'll take a couple hours, I would say, before everything's cleaned up and reopened. But in the meantime, heavy delays in the area. If you're 400 northbound, get off at King Road. Once you get beyond that, you'll be forced off at Aurora Road, and there's quite a backlog of traffic trying to get in that area. This is the situation, and obviously southbound as well is not too pleasant. You may want to get off Highway 9 and get around the congestion and get back on at Aurora. I'll update you when I get more information, but for now, be careful out there, stay dry, stay safe. And we'll get this cleaned up as soon as we can. ਕਾਫੀ ਦੇਰ ਘਰ ਵਿੱਚ ਬੈਠਣ ਤੋਂ ਬਾਅਦ ਹੁਣ ਕੈਨੇਡਾ ਵਾਸੀ ਚਾਹੁੰਦੇ ਨੇ ਕਿ ਉਹ ਬਾਹਰ ਨਿਕਲਣ ਅਤੇ ਦੋਸਤਾਂ ਮਿੱਤਰਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਘੁੰਮਣ ਫਿਰਨ। ਦਰਅਸਲ ਇਸ ਬਾਰੇ ਇੱਕ ਸਰਵੇ ਸਾਹਮਣੇ ਆਇਆ, ਜਿਸ ਵਿੱਚ ਪਤਾ ਚੱਲਿਆ ਕਿ ਮੈਜੋਰਿਟੀ ਆਫ ਕੈਨੇਡੀਅਨਸ ਇਹ ਚਾਹੁੰਦੇ ਹਨ ਕਿ ਉਹ ਬਾਹਰ ਨਿਕਲਣ ਅਤੇ ਛੁੱਟੀਆਂ ਦਾ ਆਨੰਦ ਮਾਣਨ। ਵੱਡੀ ਗਿਣਤੀ ਕੈਨੇਡੀਅਨਸ ਚਾਹੁੰਦੇ ਨੇ ਕਿ ਹੁਣ ਛੁੱਟੀਆਂ ਦਾ ਆਨੰਦ ਮਾਣਿਆ ਜਾਵੇ, ਕਿਉਂਕਿ ਪੈਂਡੈਮਿਕ ਕਾਰਨ ਕਿਤੇ ਆਉਣਾ ਜਾਣਾ ਬੰਦ ਹੋ ਗਿਆ ਸੀ।
ਦਰਅਸਲ ਇੱਕ ਨਵਾਂ ਸਰਵੇ ਸਾਹਮਣੇ ਆਇਆ ਜਿਸ ਵਿੱਚ ਪਤਾ ਚੱਲਿਆ ਕਿ ਵੱਧ ਗਿਣਤੀ ਕੈਨੇਡੀਅਨਸ ਚਾਹੁੰਦੇ ਨੇ ਕਿ ਉਹ ਛੁੱਟੀਆਂ ਤੇ ਜਾਣ ਕਿਉਂਕਿ ਹੁਣ ਕਰੋਨਾ ਪੈਂਡੈਮਿਕ ਦਾ ਅਸਰ ਪਹਿਲਾਂ ਦੇ ਮੁਕਾਬਲੇ ਘੱਟ ਹੋ ਚੁੱਕਿਆ ਹੈ ਤੇ ਕਾਫੀ ਜਗ੍ਹਾ ਦੇ ਉੱਪਰ ਢਿੱਲ ਵੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਇਪਸਸ ਵੱਲੋਂ ਟੋਇਟਾ ਕੈਨੇਡਾ ਵਾਸਤੇ ਇੱਕ ਰੋਡ ਟ੍ਰਿਪ ਸਰਵੇ ਕਰਵਾਇਆ ਗਿਆ ਜਿਸ ਵਿੱਚ ਪਤਾ ਚੱਲਿਆ ਕਿ 77% ਕੈਨੇਡੀਅਨਸ ਚਾਹੁੰਦੇ ਨੇ ਕਿ ਉਹ ਆਪਣੀ ਮਿਊਨਿਸਪੈਲਿਟੀ ਤੋਂ ਬਾਹਰ ਜਾਣ ਅਤੇ ਘੁੰਮਣ ਫਿਰਨ। 43% ਆਪਣੇ ਸੂਬੇ ਵਿੱਚ ਹੀ ਘੁੰਮਣਾ ਚਾਹੁੰਦੇ ਨੇ ਤੇ 24% ਕਿਸੇ ਹੋਰ ਦੇਸ਼ ਵਿੱਚ ਜਾਣਾ ਚਾਹੁੰਦੇ ਹਨ। 31% ਕਾਰ ਵਿੱਚ ਬਹਿ ਕੇ ਰੋਡ ਟ੍ਰਿਪ ਤੇ ਜਾਣ ਦੀ ਚਾਹਤ ਰੱਖਦੇ ਨੇ। ਦੱਸ ਦਈਏ ਕਿ 2021 ਦੇ ਮੁਕਾਬਲੇ 39% ਕੈਨੇਡੀਅਨਸ ਦਾ ਵਾਧਾ ਹੋਇਆ ਜਿਹੜੇ ਕਿ ਯਾਤਰਾ ਕਰਨਾ ਚਾਹੁੰਦੇ ਹਨ। ਇਸ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 52% ਓਵਰਨਾਈਟ ਸਟੇ ਕਰਨਾ ਚਾਹੁੰਦੇ ਨੇ, 34% ਬੀਚ ਤੇ ਜਾਣਾ ਚਾਹੁੰਦੇ ਨੇ ਤੇ 31% ਕਿਸੇ ਨੈਸ਼ਨਲ ਜਾਂ ਫਿਰ ਪ੍ਰੋਵਿੰਸ ਦੀ ਪਾਰਕ ਵਿੱਚ ਜਾਣ ਦੀ ਚਾਹਤ ਰੱਖਦੇ ਨੇ। ਇਸ ਸਰਵੇ ਵਿੱਚ 2000 ਦੇ ਕਰੀਬ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿੱਥੇ ਵੱਧ ਗਿਣਤੀ ਕੈਨੇਡੀਅਨਸ ਨੇ ਕਿਹਾ ਕਿ ਉਹ ਯਾਤਰਾ ਕਰਨਾ ਚਾਹੁੰਦੇ ਨੇ। 53% ਇਹ ਵੀ ਕਹਿੰਦੇ ਨੇ ਕਿ ਉਹਨਾਂ ਦੀ ਯਾਤਰਾ ਵੱਧ ਰਹੀਆਂ ਗੈਸ ਦੀਆਂ ਕੀਮਤਾਂ ਕਾਰਨ ਪ੍ਰਭਾਵਿਤ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਪੈਂਡੈਮਿਕ ਕਾਰਨ ਕਾਫੀ ਵੱਧ ਸਮੇਂ ਤੱਕ ਵੱਖ-ਵੱਖ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਬੰਦ ਰੱਖੀਆਂ ਗਈਆਂ ਪਰ ਹੌਲੀ-ਹੌਲੀ ਵੈਕਸੀਨੇਸ਼ਨ ਦੀ ਰੇਟ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਲਗਾਈਆਂ ਪਾਬੰਦੀਆਂ ਖਤਮ ਕਰਨ ਬਾਰੇ ਐਲਾਨ ਕੀਤਾ। ਕੈਨੇਡਾ ਸਰਕਾਰ ਵੱਲੋਂ ਵੀ ਇਹਨਾਂ ਪਾਬੰਦੀਆਂ ਵਿੱਚ ਲਗਭਗ ਮੁਕੰਮਲ ਤੌਰ ਤੇ ਢਿੱਲ ਦੇ ਦਿੱਤੀ ਗਈ ਹੈ। ਕੁਝ ਸ਼ਰਤਾਂ ਅਜੇ ਵੀ ਜਾਰੀ ਹਨ। ਇਸੇ ਤੋਂ ਬਾਅਦ ਹੁਣ ਲੋਕ ਚਾਹੁੰਦੇ ਨੇ ਕਿ ਜੋ ਕਾਫੀ ਦੇਰ ਤੋਂ ਆਪਣੇ ਘਰਾਂ ਵਿੱਚ ਬੈਠੇ ਹੋਏ ਨੇ ਉਹ ਬਾਹਰ ਨਿਕਲਣ, ਛੁੱਟੀਆਂ ਮਨਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ, ਦੋਸਤਾਂ ਮਿੱਤਰਾਂ ਨਾਲ ਘੁੰਮਣ ਫਿਰਨ। ਅਜਿਹੀ ਹੀ ਜਾਣਕਾਰੀ ਇਸ ਸਰਵੇ ਤੋਂ ਵੀ ਸਾਹਮਣੇ ਆਈ ਹੈ। 3 ਵਾਹਨਾਂ ਦੀ ਟੱਕਰ ਹੋਈ ਜਿਸ ਬਾਰੇ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਜਾਣੇ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਵੈਨਕੂਵਰ ਤੋਂ ਇੱਕ ਭਿਆਨਕ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਗਿਆ ਕਿ ਇਹ ਹਾਦਸਾ 4 ਕਾਰਾਂ ਦਰਮਿਆਨ ਵਾਪਰਿਆ। ਇਹ ਹਾਦਸਾ ਵਾਪਰਨ ਤੋਂ ਬਾਅਦ ਗ੍ਰੈਨਵਿਲ ਸਟਰੀਟ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਦੀ ਡਿਟੇਲ ਸਾਂਝੀ ਕਰਦਿਆਂ ਕਿਹਾ ਗਿਆ ਕਿ ਇਹ ਮਾਮਲਾ ਸਵੇਰੇ 6 ਵਜੇ ਦੇ ਕਰੀਬ ਸਾਹਮਣੇ ਆਇਆ। ਦੱਸਿਆ ਗਿਆ ਕਿ ਇੱਕ ਗਹਿਰੇ ਰੰਗ ਦੀ ਟੋਇਟਾ ਕੋਰੇਲਾ ਜਾ ਰਹੀ ਸੀ ਤੇ ਉਹ ਕਈ ਵਾਹਨਾਂ ਨਾਲ ਟਕਰਾ ਗਈ। ਇਸ ਦੌਰਾਨ 2 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਨੂੰ ਲੱਗਦਾ ਹੈ ਕਿ ਇਹ ਸਪੀਡਿੰਗ ਦਾ ਮਾਮਲਾ ਹੈ ਕਿਉਂਕਿ ਵਾਹਨ ਤੇਜ਼ੀ ਨਾਲ ਚੱਲ ਰਿਹਾ ਸੀ, ਇਸ ਕਾਰਨ ਉਹ ਕਈਆਂ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਜਿਹੜੇ 2 ਜਾਣੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਸ ਸਮੇਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਹੁਣ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸ ਬਾਰੇ ਉਹਨਾਂ ਨੇ ਬਹੁਤੀ ਡਿਟੇਲ ਸਾਂਝੀ ਨਹੀਂ ਕੀਤੀ। ਜਿਹੜੇ 2 ਜਾਣੇ ਜ਼ਖਮੀ ਹੋਏ ਉਹਨਾਂ ਦੀ ਪਹਿਚਾਣ ਵੀ ਫਿਲਹਾਲ ਜਨਤਕ ਨਹੀਂ ਕੀਤੀ ਗਈ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਪੁਲਿਸ ਨਾਲ 6047173012 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ontario ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ ਹਨ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਹਸਪਤਾਲ ਅੰਦਰ 1122 ਮਰੀਜ਼ਾਂ ਦੀ ਗਿਣਤੀ ਦੱਸੀ ਗਈ ਤੇ ਇੰਟੈਂਸਿਵ ਕੇਅਰ ਅਧੀਨ 159 ਦਾ ਅੰਕੜਾ ਸਾਂਝਾ ਕੀਤਾ ਗਿਆ। ontario ਸੂਬੇ ਵਿੱਚ ਬਾਕੀ ਸੂਬਿਆਂ ਦੇ ਵਾਂਗ ਹੀ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਹੋਈ ਹੈ। ਇੱਥੇ 24 ਘੰਟਿਆਂ ਦੌਰਾਨ 1061 ਕੋਰੋਨਾ ਵਾਇਰਸ ਦੇ ਕੇਸਿਸ ਦਰਜ ਕੀਤੇ ਗਏ। ਸੂਬੇ ਵਿੱਚ ਹੁਣ ਤੱਕ 12 ਲੱਖ ਤੋਂ ਵੱਧ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਾਣਕਾਰੀ ਮੁਤਾਬਕ ਪ੍ਰੋਵਿੰਸ ਵਿੱਚ ਕੁੱਲ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ 12,76,116 ਦਰਜ ਕੀਤਾ ਗਿਆ। ਕੋਰੋਨਾ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ 2 ਮੌਤਾਂ ਹੋਈਆਂ ਨੇ ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 13,000 ਨੂੰ ਪਾਰ ਕਰ ਗਿਆ। ਇੱਥੇ ਮੌਤਾਂ ਦੀ ਗਿਣਤੀ 13,072 ਦੱਸੀ ਗਈ। ਰਿਕਵਰਡ ਕੇਸਿਸ ਦਾ ਅੰਕੜਾ 12,55,339 ਹੈ ਤੇ ਬੀਤੇ 24 ਘੰਟਿਆਂ ਦੌਰਾਨ 1,394 ਮਰੀਜ਼ ਠੀਕ ਹੋਏ ਹਨ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਕਾਫੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕਰ ਲਈ ਗਈ ਹੈ ਪਰ ਦੱਸ ਦਈਏ ਕਿ 24 ਘੰਟਿਆਂ ਦੌਰਾਨ ਸਰਕਾਰ ਦਾ ਕਹਿਣਾ ਹੈ ਕਿ 8,162 ਟੈਸਟਾਂ ਨੂੰ ਪ੍ਰੋਸੈਸ ਕੀਤਾ ਗਿਆ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 91% ਤੋਂ ਵੱਧ ਆਬਾਦੀ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਲਗਵਾ ਲਏ ਗਏ। 3 ਟੀਕੇ ਲਗਵਾਉਣ ਵਾਲਿਆਂ ਦਾ ਅੰਕੜਾ ਵੀ 50% ਤੋਂ ਵੱਧ ਦਾ ਇੱਥੇ ਸੂਬੇ ਵਿੱਚ ਦਰਜ ਕੀਤਾ ਗਿਆ।
ਕਿਊਬਿਕ ਸੂਬੇ ਵਿੱਚ ਹਸਪਤਾਲ ਅੰਦਰ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਦੱਸੀ ਗਈ। ਇੱਥੇ 1611 ਮਰੀਜ਼ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਹਸਪਤਾਲ ਵਿੱਚ ਭਰਤੀ ਨੇ। ਇੰਟੈਂਸਿਵ ਕੇਅਰ ਅਧੀਨ 51 ਦਾ ਅੰਕੜਾ ਸਾਂਝਾ ਕੀਤਾ ਗਿਆ। 24 ਘੰਟਿਆਂ ਦੌਰਾਨ 5 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਗਈਆਂ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 15284 ਦਰਜ ਕੀਤਾ ਗਿਆ। ਕਿਊਬਿਕ ਸੂਬੇ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਏ ਨੇ। ਇੱਥੇ 24 ਘੰਟਿਆਂ ਦੌਰਾਨ 500 ਤੋਂ ਵੀ ਘੱਟ ਮਾਮਲੇ ਦਰਜ ਕੀਤੇ ਗਏ। ਬੀਤੇ 24 ਘੰਟੇ ਦੌਰਾਨ 457 ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10,58,066 ਕੋਰੋਨਾ ਦੇ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 5 ਸਾਲ ਤੇ ਇਸ ਤੋਂ ਵੱਧ ਹੈ ਉਹਨਾਂ ਵਿੱਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55 ਵੱਲੋਂ 3 ਟੀਕੇ ਅਤੇ 12% ਵੱਲੋਂ 4 ਟੀਕੇ ਲਗਵਾਏ ਜਾ ਚੁੱਕੇ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਘਰ ਖਰੀਦਣ ਵਾਲਿਆਂ ਲਈ ਚੰਗੀ ਖਬਰ, ਕੈਨੇਡਾ ਵਿੱਚ ਘਰ ਹੋਏ ਸਸਤੇ। ਪਾਣੀ ਵਿੱਚ ਡੁੱਬਣ ਨਾਲ ਪੰਜਾਬੀ ਦੀ ਗਈ ਜਾਨ, ਕੈਨੇਡਾ ਤੋਂ ਸਾਹਮਣੇ ਆਇਆ ਇਹ ਮਾਮਲਾ। ਬ੍ਰਿਟਿਸ਼ ਕੋਲੰਬੀਆ ਨੇ ਕੱਢਿਆ ਡਰਾਅ, ਹੁਣ ਤੱਕ 3000 ਨੂੰ ਮਿਲੇ ਸੱਦੇ। ਓਨਟਾਰੀਓ ਚੋਣਾਂ ਵਿੱਚ ਪੰਜਾਬੀਆਂ ਦਾ ਦਬਦਬਾ, ਚੋਣ ਮੈਦਾਨ ਵਿੱਚ ਉਤਰੇ 20 ਉਮੀਦਵਾਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਹੋ ਟੀਵੀ ਪੰਜਾਬ।